Matthew 16. ਮੱਤੀ ਦੀ ਅੰਜੀਲ ਉਸ ਦਾ 16 ਅਧਿਆਇ। Now the Lord Jesus Christ began to tell his disciples ਉਸ ਸਮੇਂ ਤੋਂ ਯਿਸੂ ਆਪਣੇ ਚੇਲਿਆਂ ਨੂੰ ਦੱਸਣ ਲੱਗਾ that he was going to suffer many things. ਕਿ ਉਹ ਬਹੁਤ ਸਾਰੇ ਦੁੱਖ ਨੂੰ ਚੱਲਣ ਜਾ ਰਿਹਾ ਸੀ। Just let's read a few verses from 21st verse. ਆਓ ਅਸੀਂ 21 ਆਇਤ ਤੋਂ ਕੁਝ ਆਇਤਾਂ ਨੂੰ ਪੜ੍ਹੀਏ। From that time forth began Jesus to show unto his disciples how he must go unto Jerusalem and suffer many things of the elders and chief priests and scribes, and be killed, and raised again the third day. ਉਸ ਸਮੇਂ ਤੋਂ ਯਿਸੂ ਆਪਣੇ ਚੇਲਿਆਂ ਨੂੰ ਇਹ ਦੱਸਣ ਲੱਗਾ ਭਈ ਮੈਨੂੰ ਜ਼ਰੂਰ ਹੈ ਜੋ ਯਰੂਸ਼ਲਮ ਨੂੰ ਜਾਵਾਂ ਅਤੇ ਬਜ਼ੁਰਗਾਂ ਅਤੇ ਪ੍ਰਧਾਨ ਯਾਜਕਾਂ ਅਤੇ ਗ੍ਰੰਥੀਆਂ ਦੇ ਹੱਥੋਂ ਬਹੁਤ ਦੁੱਖ ਝੱਲਾਂ ਅਤੇ ਮਾਰ ਦਿੱਤਾ ਜਾਵਾਂ ਅਤੇ ਤੀਏ ਦਿਨ ਜੀ ਉਠਾਂ। Then Peter took him and began to rebuke him, saying, Be it far from you, Lord. This shall not be unto you. ਤਦ ਪਤਰਸ ਉਸ ਨੂੰ ਇੱਕ ਪਾਸੇ ਕਰਕੇ ਝਿੜਕਣ ਲੱਗਾ ਅਤੇ ਉਹਨੇ ਕਿਹਾ ਪ੍ਰਭੂ ਜੀ ਪਰਮੇਸ਼ਵਰ ਇਹ ਨਾ ਕਰੇ, ਤੇਰੇ ਲਈ ਇਹ ਕਦੇ ਨਾ ਹੋਵੇਗਾ। But he turned and said to Peter, Get you behind me, Satan. Thou art an offense unto me, for thou savorest not the things that be of God, but those that be of man. ਪਰ ਉਹਨੇ ਮੁੜ ਕੇ ਪਤਰਸ ਨੂੰ ਆਖਿਆ ਹੇ ਸ਼ੈਤਾਨ ਮੈਥੋਂ ਪਿੱਛੇ ਹਟ, ਤੂੰ ਮੇਰੇ ਲਈ ਠੋਕਰ ਹੈ ਕਿਉਂ ਜੋ ਤੂੰ ਪਰਮੇਸ਼ਵਰ ਦੀਆਂ ਨਹੀਂ ਪਰ ਮਨੁੱਖ ਦੀਆਂ ਗੱਲਾਂ ਦਾ ਧਿਆਨ ਰੱਖਦਾ ਹੈ। Then said Jesus unto his disciples, If any man will come after me, let him deny himself and take up his cross and follow me. ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ। I do not know how many of you have come here with an earnest desire to find your life's purpose. ਮੈਂ ਨਹੀਂ ਜਾਣਦਾ ਹਾਂ ਕਿ ਤੁਹਾਡੇ ਵਿੱਚੋਂ ਕਿੰਨੇ ਜਣੇ ਇੱਥੇ ਇਸ ਲਈ ਆਏ ਹਨ ਤਾਂ ਕਿ ਆਪਣੇ ਜੀਵਨ ਦੇ ਮਕਸਦ ਨੂੰ ਪ੍ਰਾਪਤ ਕਰ ਸਕਣ ਜਾਂ ਜਾਣ I am ਸਕਣ। sure there would be some of you ਮੈਨੂੰ ਯਕੀਨ ਹੈ ਕਿ ਤੁਹਾਡੇ ਵਿੱਚੋਂ ਕੁਝ ਹੋਣਗੇ who sincerely desire a change of direction in your lives. ਜੋ ਗੰਭੀਰਤਾ ਦੇ ਨਾਲ ਆਪਣੇ ਜੀਵਨ ਦੇ ਵਿੱਚ ਇੱਕ ਬਦਲਾਵ ਦੀ ਦਿਸ਼ਾ ਨੂੰ ਚਾਹੁੰਦੇ ਹਨ। I am also sure that there are some of you who have good desires. ਮੈਨੂੰ ਇਹ ਵੀ ਯਕੀਨ ਹੈ ਕਿ ਤੁਹਾਡੇ ਵਿੱਚੋਂ ਕਈ ਇੱਥੇ ਹਨ ਜਿਨ੍ਹਾਂ ਦੇ ਕੋਲ ਚੰਗੀ ਇੱਛਾ ਹੈ। Perhaps you have received enough education from reading the Bible to know that you have to be a new creation. ਹੋ ਸਕਦਾ ਹੈ ਕਿ ਤੁਹਾਡੇ ਕੋਲ ਇੱਕ ਕਾਫੀ ਗਿਆਨ ਹੋਵੇ ਬਾਈਬਲ ਨੂੰ ਪੜ੍ਹ ਕੇ ਕਿ ਤੁਹਾਨੂੰ ਇੱਕ ਨਵੀਂ ਸ੍ਰਿਸ਼ਟੀ ਬਣਨ ਦੀ ਲੋੜ ਹੈ। ਤੁਸੀਂ ਇਹ ਬਾਈਬਲ ਤੋਂ ਜਾਣਿਆ ਹੋ ਸਕਦਾ ਹੈ। ਪਰ I notice that people want today a Christianity without the cross. ਮੈਂ ਇਹ ਵੇਖਿਆ ਹੈ ਕਿ ਅੱਜ ਕੱਲ੍ਹ ਲੋਕ ਇੱਕ ਅਜਿਹੀ ਮਸੀਹਤ ਨੂੰ ਚਾਹੁੰਦੇ ਹਨ ਜੋ ਸਲੀਬ ਤੋਂ ਬਿਨਾਂ ਹੋਵੇ। Now suppose you take the cross away from Jesus. ਮੰਨ ਲਓ ਜੇਕਰ ਤੁਸੀਂ ਯਿਸੂ ਤੋਂ ਸਲੀਬ ਨੂੰ ਦੂਰ ਕਰ ਦਿੰਦੇ ਹੋ He just becomes a man, a good man. ਤਾਂ ਉਹ ਫਿਰ ਸਿਰਫ ਇੱਕ ਚੰਗਾ ਮਨੁੱਖ ਹੀ ਰਹਿੰਦਾ ਹੈ। Of course, anybody would call him a great prophet. ਯਕੀਨਨ ਕੋਈ ਵੀ ਉਸ ਨੂੰ ਵੱਡਾ ਨਬੀ ਕਹਿ ਸਕਦਾ ਹੈ। But he would just be a man. ਪਰ ਉਹ ਤਾਂ ਸਿਰਫ ਇੱਕ ਮਨੁੱਖ ਹੀ ਹੋਵੇਗਾ। Not so different from some others. ਪਰ ਦੂਜਿਆਂ ਤੋਂ ਕੋਈ ਜ਼ਿਆਦਾ ਵੱਖਰਾ ਵਿਅਕਤੀ ਉਹ ਨਹੀਂ ਹੋਵੇਗਾ। He will not be so different.
ਉਹ ਇੰਨਾ ਕੋਈ ਵੱਖਰਾ ਵਿਅਕਤੀ ਨਹੀਂ ਹੋਵੇਗਾ। Take the cross from a Christian's life. ਇੱਕ ਮਸੀਹੀ ਦੇ ਜੀਵਨ ਤੋਂ ਤੁਸੀਂ ਸਲੀਬ ਨੂੰ ਹਟਾ ਦਿਓ। You have taken the sap out of the tree. ਤੁਸੀਂ ਇੱਕ ਰੁੱਖ ਦੇ ਵਿੱਚੋਂ ਉਸ ਦੇ ਰਸ ਨੂੰ ਬਾਹਰ ਕੱਢ ਦਿੱਤਾ ਹੈ। You have taken the very heart out of the person. ਤੁਸੀਂ ਉਸ ਵਿਅਕਤੀ ਦੇ ਵਿੱਚੋਂ ਉਸ ਦੇ ਦਿਲ ਨੂੰ ਹੀ ਬਾਹਰ ਕੱਢ ਦਿੱਤਾ ਹੈ। You know, my dear friends, ਵੇਖੋ ਮੇਰੇ ਮਿੱਤਰੋ, in the brief time when there is a heart, new heart transplanted into a person, ਜਦੋਂ ਇੱਕ ਵਿਅਕਤੀ ਦੇ ਅੰਦਰ ਉਸ ਦਾ ਪੁਰਾਣਾ ਦਿਲ ਕੱਢ ਕੇ ਨਵਾਂ ਦਿਲ ਪਾਇਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਦਾ ਜਿਹੜਾ ਥੋੜਾ ਸਮਾਂ ਹੁੰਦਾ ਹੈ, it is a very critical time. ਇਹ ਇੱਕ ਬਹੁਤ ਹੀ ਗੰਭੀਰ ਸਮਾਂ ਹੁੰਦਾ ਹੈ। Because they have to be on a heart-lung machine while this process takes place. ਕਿਉਂਕਿ ਜਦੋਂ ਇਹ ਪ੍ਰਕਿਰਿਆ ਚੱਲ ਰਹੀ ਹੁੰਦੀ ਹੈ ਤਾਂ ਉਸ ਨੂੰ ਦਿਲ ਅਤੇ ਫੇਫੜਿਆਂ ਦੀ ਇੱਕ ਨਕਲੀ ਮਸ਼ੀਨ ਦੇ ਨਾਲ ਜੋੜਿਆ ਜਾਂਦਾ ਹੈ। Suppose you take the heart out of a man. ਮੰਨ ਲਓ ਤੁਸੀਂ ਇੱਕ ਵਿਅਕਤੀ ਦੇ ਅੰਦਰੋਂ ਉਸ ਦੇ ਦਿਲ ਨੂੰ ਬਾਹਰ ਕੱਢ ਦਿੰਦੇ ਹੋ। You can't think of such a person, can ਤੁਸੀਂ you? ਉਸ ਵਿਅਕਤੀ ਦੇ ਬਾਰੇ ਸੋਚ ਵੀ ਨਹੀਂ ਸਕਦੇ ਹੋ। He is a dead person. ਉਹ ਤਾਂ ਇੱਕ ਮੁਰਦਾ ਵਿਅਕਤੀ ਹੈ। Well, as soon as you stab a man in the heart and the blood flows out, he is soon dead. ਜਿਵੇਂ ਹੀ ਤੁਸੀਂ ਇੱਕ ਵਿਅਕਤੀ ਦੇ ਦਿਲ ਦੇ ਵਿੱਚ ਚਾਕੂ ਮਾਰਦੇ ਹੋ ਅਤੇ ਉਸ ਦਾ ਲਹੂ ਬਾਹਰ ਆਉਂਦਾ ਹੈ ਤਾਂ ਉਹ ਤੁਰੰਤ ਮਰ ਜਾਂਦਾ ਹੈ। Well, you take the cross out of a Christian's life, ਇੱਕ ਮਸੀਹੀ ਦੇ ਜੀਵਨ ਦੇ ਵਿੱਚੋਂ ਜੇਕਰ ਤੁਸੀਂ ਸਲੀਬ ਨੂੰ ਬਾਹਰ ਕੱਢ ਦਿੰਦੇ ਹੋ then you have taken everything away. ਤਾਂ ਤੁਸੀਂ ਉਸ ਦਾ ਸਭ ਕੁਝ ਲੈ ਲਿਆ ਹੈ। But look at modern Christianity. ਪਰ ਅੱਜ ਦੀ ਆਧੁਨਿਕ ਮਸੀਹਤ ਨੂੰ ਵੇਖੋ, It's an entertainment. ਇਹ ਇੱਕ ਸਿਰਫ ਮਨੋਰੰਜਨ ਹੈ। It is a human organization. ਇਹ ਇੱਕ ਮਸੀਹੀ ਸੰਗਠਨ ਹੈ, ਸੰਸਥਾ ਹੈ। See, some clever fellow manipulates a number of people, gathers them, and some able people run hither, thither, do this and that, and keep the thing going. ਵੇਖੋ, ਕੋਈ ਹੁਸ਼ਿਆਰ ਵਿਅਕਤੀ ਲੋਕਾਂ ਨੂੰ ਇਕੱਠਿਆਂ ਕਰਦਾ ਹੈ ਅਤੇ ਇੱਧਰ ਉੱਧਰ ਦੀਆਂ ਚੀਜ਼ਾਂ ਉਹ ਕਰਦੇ ਰਹਿੰਦੇ ਹਨ ਅਤੇ ਇਸ ਨੂੰ ਜਾਰੀ ਰੱਖਦੇ ਹਨ। They keep the movement going. ਉਹ ਉਸ ਅੰਦੋਲਨ ਨੂੰ ਅੱਗੇ ਜਾਰੀ ਰੱਖਦੇ ਹਨ। But is that Christianity? ਪਰ ਕੀ ਉਹ ਮਸੀਹਤ ਹੈ? No. ਨਹੀਂ। You can run a club that way. ਤੁਸੀਂ ਇਸ ਤਰੀਕੇ ਦੇ ਨਾਲ ਇੱਕ ਕਲੱਬ ਨੂੰ ਚਲਾ You ਸਕਦੇ can ਹੋ। run a government that way. ਤੁਸੀਂ ਇਸ ਢੰਗ ਨਾਲ ਇੱਕ ਸਰਕਾਰ ਨੂੰ ਚਲਾ ਸਕਦੇ You ਹੋ। can run a big organization that way. ਤੁਸੀਂ ਇੱਕ ਢੰਗ ਨਾਲ ਇੱਕ ਵੱਡੀ ਸੰਸਥਾ ਚਲਾ But you ਸਕਦੇ ਹੋ। can't run the church that way. ਪਰ ਤੁਸੀਂ ਉਸ ਢੰਗ ਨਾਲ ਚਰਚ ਨੂੰ ਨਹੀਂ ਚਲਾ ਸਕਦੇ ਹੋ। In the church needs the head of the church. ਚਰਚ ਦੇ ਵਿੱਚ ਉਸ ਦਾ ਸਿਰ ਉੱਥੇ ਹੋਣਾ ਚਾਹੀਦਾ ਹੈ। Suppose you saw me standing here without my head. What will you do? ਮੰਨ ਲਓ ਜੇਕਰ ਮੈਂ ਇੱਥੇ ਖੜਾ ਹਾਂ ਅਤੇ ਮੇਰਾ ਸਿਰ ਨਹੀਂ ਹੈ ਤਾਂ ਤੁਸੀਂ ਕੀ ਕਰੋਗੇ? Oh, there's a ghost on the platform. ਔਰ ਉਹ ਇਹ ਮੰਚ ਤੇ ਤਾਂ ਭੂਤ ਹੈ You'll all run away. ਅਤੇ ਤੁਸੀਂ ਸਾਰੇ ਦੌੜ ਜਾਓਗੇ। I tell you, ਮੈਂ ਤੁਹਾਨੂੰ ਦੱਸਦਾ I wish we would all run away from a headless church. ਮੈਂ ਚਾਹੁੰਦਾ ਹਾਂ ਕਿ ਅਸੀਂ ਸਾਰੇ ਉਸ ਸਿਰ ਰਹਿਤ ਕਲੀਸਿਆ ਤੋਂ ਦੂਰ ਭੱਜ ਜਾਈਏ। If Jesus is not there, ਜੇਕਰ ਯਿਸੂ ਉੱਥੇ ਨਹੀਂ ਹੈ it is either an entertainment or it is some club activity. ਫਿਰ ਜਾਂ ਤਾਂ ਇਹ ਮਨੋਰੰਜਨ ਹੈ ਜਾਂ ਫਿਰ ਇੱਕ ਕਿਸੇ ਕਲੱਬ ਦੀ ਕਿਰਿਆ ਹੈ। My dear people, ਮੇਰੇ ਪਿਆਰੇ ਮਿੱਤਰੋ, would you wish it to be so? ਕੀ ਤੁਸੀਂ ਅਜਿਹਾ ਇਸ ਨੂੰ ਹੋਣ ਦੇ ਲਈ ਚਾਹੋਗੇ? Is that all that you expect? ਕੀ ਇਹੋ ਹੀ ਤੁਸੀਂ ਉਮੀਦ ਰੱਖਦੇ ਹੋ? No, let me tell you this. ਨਹੀਂ, ਮੈਂ ਤੁਹਾਨੂੰ ਇਹ ਦੱਸਦਾ ਹਾਂ। Very often I am very disappointed with myself. ਅਕਸਰ ਮੈਂ ਆਪਣੇ ਆਪ ਦੇ ਨਾਲ ਬਹੁਤ ਜ਼ਿਆਦਾ ਨਿਰਾਸ਼ ਹੋ ਜਾਂਦਾ ਹਾਂ। I say, Lord, look at my training which you gave me. ਮੈਂ ਆਖਦਾ ਹਾਂ, ਪ੍ਰਭੂ ਜੋ ਸਿਖਲਾਈ ਮੈਨੂੰ ਤੁਸੀਂ Look ਦਿੱਤੀ at ਹੈ the ਉਸ ਨੂੰ ਵੇਖੋ। heritage of faith which you gave me.
from my youth. ਇੱਕ ਵਿਸ਼ਵਾਸ ਦੀ ਵੱਡੀ ਵਿਰਾਸਤ ਜੋ ਮੇਰੀ ਜਵਾਨੀ ਤੋਂ ਤੁਸੀਂ ਮੈਨੂੰ ਦਿੱਤੀ ਹੈ, The light which you gave me. ਔਰ ਇਹ ਚਾਨਣ ਜੋ ਤੁਸੀਂ ਮੈਨੂੰ ਦਿੱਤਾ ਹੈ। Now is my life in keeping with all this? ਕੀ ਹੁਣ ਮੇਰਾ ਜੀਵਨ ਇਸ ਸਭ ਦੇ ਨਾਲ ਇਸ ਨੂੰ ਮੇਲ ਦੇ ਵਿੱਚ ਰੱਖ ਰਿਹਾ ਹੈ? Should I not be in altogether a higher altitude of Christian life? ਕਿ ਕੁੱਲ ਮਿਲਾ ਕੇ ਮੈਨੂੰ ਮਸੀਹੀ ਜੀਵਨ ਦੇ ਵਿੱਚ ਇੱਕ ਵੱਡੇ ਉੱਚੇ ਦਰਜੇ ਤੇ ਨਹੀਂ ਹੋਣਾ ਚਾਹੀਦਾ ਹੈ। But my dear people, ਪਰ ਮੇਰੇ ਪਿਆਰੇ ਮਿੱਤਰੋ, I see many stunted, self-satisfied people. ਮੈਂ ਬਹੁਤ ਸਾਰੇ ਆਤਮ ਤ੍ਰਿਪਤ ਅਤੇ ਆਤਮ ਸੰਤੁਸ਼ਟ ਲੋਕਾਂ ਨੂੰ ਮਸੀਹਾਂ ਨੂੰ ਵੇਖਦਾ ਹਾਂ। All that they can see are the faults of others. ਉਹ ਸਿਰਫ ਦੂਜਿਆਂ ਦੇ ਦੋਸ਼ਾਂ ਨੂੰ ਹੀ ਵੇਖ ਸਕਦੇ ਹਨ। That's all they can see. ਇਹੋ ਹੀ ਉਹ ਸਿਰਫ ਵੇਖ ਸਕਦੇ ਹਨ, But ਪਰ they don't look into their hearts. ਉਹ ਆਪਣੇ ਦਿਲ ਵਿੱਚ ਨਹੀਂ ਵੇਖਦੇ ਹਨ। Here the Lord Jesus says, ਇੱਥੇ ਪ੍ਰਭੂ ਯਿਸੂ ਆਖਦਾ ਹੈ, except a man take up his cross and follow me, he cannot be my disciple. ਜੇਕਰ ਮਨੁੱਖ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਨਾ ਹੋਵੇ, ਆਪਣਾ ਇਨਕਾਰ ਨਾ ਕਰੇ, ਤਾਂ ਉਹ ਮੇਰਾ ਚੇਲਾ ਨਹੀਂ ਹੋ ਸਕਦਾ। Now, of course, don't forget, denying yourself is a part of the cross, or at least it precedes the cross. ਯਕੀਨਨ ਇਹ ਨਾ ਭੁੱਲੋ ਕਿ ਇਨਕਾਰ ਕਰਨਾ ਸਲੀਬ ਦਾ ਹੀ ਇੱਕ ਹਿੱਸਾ ਹੈ, ਇਸ ਤੋਂ ਪਹਿਲਾਂ ਆਉਂਦਾ ਹੈ। Let me tell you, what are the wonderful things that I denied myself? ਮੈਂ ਤੁਹਾਨੂੰ ਦੱਸਦਾ ਹਾਂ ਕਿ ਕਿਹੜੀਆਂ ਉਹ ਅਦਭੁਤ ਗੱਲਾਂ ਹਨ ਜਿਨ੍ਹਾਂ ਦੇ ਲਈ ਮੈਂ ਆਪਣੇ ਜੀਵਨ 'ਚ ਇਨਕਾਰ ਕੀਤਾ ਸੀ। Now I cannot say I left a crown and a throne to follow Jesus. ਮੈਂ ਇਹ ਤਾਂ ਨਹੀਂ ਕਹਿ ਸਕਦਾ ਹਾਂ ਕਿ ਮੈਂ ਇੱਕ ਵੱਡਾ ਮੁਕਟ ਜਾਂ ਸਿੰਘਾਸਨ ਛੱਡ ਕੇ ਯਿਸੂ ਦੇ ਪਿੱਛੇ ਚੱਲਿਆ ਹਾਂ। I cannot say I left a spectacularly successful life to take up the cross. ਮੈਂ ਨਹੀਂ ਕਹਿ ਸਕਦਾ ਹਾਂ ਕਿ ਮੈਂ ਇੱਕ ਸ਼ਾਨਦਾਰ ਸਫਲ ਜੀਵਨ ਨੂੰ ਛੱਡ ਕੇ ਯਿਸੂ ਦੇ ਪਿੱਛੇ ਚੱਲਿਆ ਹਾਂ। I can't say I left an immeasureless treasure to take up the cross. ਮੈਂ ਇਹ ਨਹੀਂ ਕਹਿ ਸਕਦਾ ਹਾਂ ਕਿ ਮੈਂ ਇੱਕ ਅਸੀਮ ਖਜ਼ਾਨੇ ਨੂੰ ਛੱਡ ਕੇ ਸਲੀਬ ਨੂੰ ਚੁੱਕਿਆ ਹੈ। No, I was an ordinary fellow. ਨਹੀਂ, ਮੈਂ ਤਾਂ ਇੱਕ ਸਧਾਰਨ ਜਿਹਾ ਬੰਦਾ ਸੀ। But there were certain things which I had to deny myself. ਪਰ ਇੱਥੇ ਕੁਝ ਗੱਲਾਂ ਸਨ ਜਿਨ੍ਹਾਂ ਤੋਂ ਮੈਨੂੰ ਇਨਕਾਰ ਕਰਨਾ ਪਿਆ ਸੀ। Well, having been a sports person, ਵੇਖੋ, ਇੱਕ ਖਿਡਾਰੀ ਹੁੰਦੇ ਹੋਏ, ਇੱਕ ਖਿਡਾਰੀ ਵਿਅਕਤੀ ਹੁੰਦੇ ਹੋਏ, having so many matches to play, ਜਦੋਂ ਕਿ ਬਹੁਤ ਸਾਰੇ ਮੈਚ ਮੈਂ ਖੇਡਣੇ ਹੁੰਦੇ ਸਨ, after my conversion, ਮੇਰੇ ਬਦਲਾਵ ਤੋਂ ਬਾਅਦ I had to make a choice. ਮੈਂ ਇੱਕ ਚੋਣ ਕਰਨੀ ਸੀ। It was not possible to maintain that strenuous regimen in the sports field. ਇਹ ਸੰਭਵ ਨਹੀਂ ਸੀ ਕਿ ਮੈਂ ਉਸ ਖੇਡ ਦੇ ਮੈਦਾਨ ਦੇ ਵਿੱਚ ਉਸ ਸਮਾਂ ਸੂਚੀ ਦੇ ਅਨੁਸਾਰ ਆਪਣੇ ਆਪ ਨੂੰ ਉਪਲਬਧ ਕਰਾ ਸਕਾਂ। I could only play a few matches, selected matches, ਮੈਂ ਸਿਰਫ ਕੁਝ ਚੁਣੇ ਹੋਏ ਅਤੇ ਚੋਣਵੇਂ ਮੈਚ ਹੀ ਖੇਡ ਸਕਦਾ ਸੀ। gave up representing the college, ਔਰ ਮੈਂ ਆਪਣੇ ਕਾਲਜ ਦੇ ਪ੍ਰਤੀਨਿਧ ਨੂੰ ਕਰਨਾ ਛੱਡ ਦਿੱਤਾ and put prayer as the top priority. ਅਤੇ ਪ੍ਰਾਰਥਨਾ ਨੂੰ ਪਹਿਲ ਦੇ ਆਧਾਰ ਦੇ ਉੱਤੇ ਰੱਖ ਦਿੱਤਾ। Did I do something foolish? ਕੀ ਮੈਂ ਕੁਝ ਮੂਰਖਤਾ ਕੀਤੀ ਸੀ? Did I lose the chances of national ranking? ਕੀ ਮੈਂ ਰਾਸ਼ਟਰੀ ਰੈਂਕਿੰਗ ਦੇ ਉਸ ਮੌਕੇ ਨੂੰ ਗਵਾ ਦਿੱਤਾ ਸੀ? Some of those who were with me at college had received a ranking in tennis. ਉਹ ਜਿਹੜੇ ਮੇਰੇ ਨਾਲ ਕਾਲਜ ਦੇ ਵਿੱਚ ਸਨ, ਉਹਨਾਂ ਨੇ ਟੈਨਿਸ ਦੇ ਵਿੱਚ ਰਾਸ਼ਟਰੀ ਰੈਂਕਿੰਗ ਨੂੰ ਪ੍ਰਾਪਤ ਕੀਤਾ। But they worked hard at the game. ਪਰ ਉਹਨਾਂ ਨੇ ਇਸ ਦੇ ਲਈ ਬਹੁਤ ਮਿਹਨਤ ਕੀਤੀ। I could not give that kind of time to the game. ਮੈਂ ਉਸ ਤਰ੍ਹਾਂ ਦਾ ਸਮਾਂ ਖੇਡ ਦੇ ਲਈ ਦੇ ਨਹੀਂ ਸਕਿਆ ਸੀ। But ਪਰ do I regret it? ਕੀ ਮੈਂ ਪਛਤਾਉਂਦਾ ਹਾਂ? Did I lose something? ਕੀ ਮੈਂ ਕੁਝ ਗਵਾ ਲਿਆ ਹੈ? No. ਨਹੀਂ।
What did Jesus rob me of? ਯਿਸੂ ਨੇ ਮੈਥੋਂ ਕੀ ਲੁੱਟ ਲਿਆ ਸੀ? He took all that was secondary, second rate, destructive, and dirty out of my life. ਉਸ ਨੇ ਉਹ ਸਭ ਜੋ ਦੂਜੇ ਦਰਜੇ ਦਾ ਸੀ, ਜੋ ਗੰਦਾ ਸੀ, ਜੋ ਵਿਨਾਸ਼ਕਾਰੀ ਸੀ, ਉਸ ਨੂੰ ਮੇਰੇ ਜੀਵਨ ਤੋਂ ਲੈ ਲਿਆ। He took it away. ਉਸ ਨੇ ਇਸ ਨੂੰ ਦੂਰ ਕਰ He ਦਿੱਤਾ। took all the dung away. ਉਸ ਨੇ ਉਸ ਸਾਰੀ ਗੰਦਗੀ ਨੂੰ ਦੂਰ ਕਰ ਦਿੱਤਾ He ਸੀ। began to refine me. ਉਹ ਮੈਨੂੰ ਸ਼ੁੱਧ ਕਰਨ ਲੱਗ ਪਿਆ। He began to refine my taste. ਉਹ ਮੇਰੇ ਸਵਾਦ ਨੂੰ ਸ਼ੁੱਧ ਕਰਨ ਲੱਗ ਪਿਆ। For my tastes and proclivities, my inclinations were evil. ਕਿਉਂਕਿ ਮੇਰਾ ਸਵਾਦ ਅਤੇ ਜਿਸ ਪਾਸੇ ਮੇਰਾ ਰੁਝਾਨ ਸੀ ਉਹ ਬੁਰਾ ਸੀ। Then I got a title at college. ਫਿਰ ਮੈਨੂੰ ਕਾਲਜ ਦੇ ਵਿੱਚ ਇੱਕ ਨਾਮ, ਇੱਕ ਸਿਰਲੇਖ ਦਿੱਤਾ ਗਿਆ, Bible Joe. ਬਾਈਬਲ ਵਾਲਾ ਵਿਅਕਤੀ। Not a bad title. ਇਹ ਕੋਈ ਬੁਰਾ ਸਿਰਲੇਖ ਨਹੀਂ ਹੈ, Excellent title. ਇਹ ਬਹੁਤ ਵਧੀਆ ਸਿਰਲੇਖ ਹੈ। But only I'm not worthy of that title. That's all. ਪਰ ਸਿਰਫ ਗੱਲ ਇਹ ਹੈ ਕਿ ਮੈਂ ਇਸ ਸਿਰਲੇਖ ਦੇ ਯੋਗ ਨਹੀਂ ਹਾਂ। I wish I had the Bible in my heart. ਕਾਸ਼ ਮੇਰੇ ਦਿਲ ਦੇ ਵਿੱਚ ਬਾਈਬਲ ਹੁੰਦੀ। I carried it even to my tennis court and to my matches at cricket. ਮੈਂ ਇਸ ਨੂੰ ਜਿੱਥੇ-ਜਿੱਥੇ ਮੇਰੇ ਮੈਚ ਹੁੰਦੇ ਸਨ ਉੱਥੇ ਬਾਈਬਲ ਨੂੰ ਨਾਲ ਹੀ ਲੈ ਕੇ ਜਾਂਦਾ ਹੁੰਦਾ ਸੀ। And so they called me Bible Joe. ਅਤੇ ਇਸ ਲਈ ਉਹ ਮੈਨੂੰ ਬਾਈਬਲ ਵਾਲਾ ਮੁੰਡਾ ਆਖਦੇ But ਸਨ। no one laughed at me ਪਰ ਕੋਈ ਵੀ ਮੇਰੇ ਤੇ ਹੱਸਿਆ ਨਹੀਂ ਸੀ, because very often they knew I was superior in the game ਕਿਉਂਕਿ ਅਕਸਰ ਉਹ ਜਾਣਦੇ ਸਨ ਕਿ ਮੈਂ ਖੇਡ to ਦੇ ਵਿੱਚ them. ਉਹਨਾਂ ਦੇ ਨਾਲੋਂ ਜ਼ਿਆਦਾ ਸ਼੍ਰੇਸ਼ਟ ਸੀ। However, ਫਿਰ ਵੀ I didn't deserve that great name, nickname which they gave me. ਪਰ ਮੈਂ ਉਸ ਨਾਮ ਦਾ ਹੱਕਦਾਰ ਨਹੀਂ ਸੀ ਜਿਹੜਾ ਕਿ ਨਾਮ ਉਹਨਾਂ ਨੇ ਮੈਨੂੰ ਦਿੱਤਾ ਹੋਇਆ ਸੀ। I don't deserve that name even today ਮੈਂ ਅੱਜ ਵੀ ਉਸ ਨਾਮ ਦਾ ਹੱਕਦਾਰ ਨਹੀਂ ਹਾਂ, because I feel that I know so little of God's word. ਮੈਂ ਜਾਣਦਾ ਹਾਂ ਕਿ ਮੈਂ ਬਹੁਤ ਘੱਟ ਪਰਮੇਸ਼ਰ ਦੇ ਵਚਨ ਨੂੰ ਜਾਣਦਾ ਹਾਂ। I think that many Christians are pretenders. ਮੈਂ ਸੋਚਦਾ ਹਾਂ ਕਿ ਬਹੁਤ ਸਾਰੇ ਮਸੀਹੀ ਸਿਰਫ ਵਿਖਾਵਾ ਕਰਨ ਵਾਲੇ ਹੁੰਦੇ ਹਨ। If you go to a place of business, you have a certain efficiency there. ਜੇਕਰ ਤੁਸੀਂ ਵਪਾਰ ਦੇ ਕਿਸੇ ਖੇਤਰ ਵਿੱਚ ਜਾਂਦੇ ਹੋ ਤਾਂ ਉੱਥੇ ਕੋਈ ਯੋਗਤਾ, ਨਿਪੁੰਨਤਾ ਹੁੰਦੀ But ਹੈ। if you come to a Christian platform, you don't see that kind of professional touch. ਪਰ ਜੇਕਰ ਤੁਸੀਂ ਮਸੀਹੀ ਮੰਚ ਤੇ ਆਉਂਦੇ ਹੋ ਤਾਂ ਤੁਸੀਂ ਉੱਥੇ ਕਿਸੇ ਵੀ ਪੇਸ਼ੇਵਰ ਨੂੰ ਨਹੀਂ ਵੇਖਦੇ ਹੋ। Just very mediocre. ਹਾਂ, ਬਹੁਤ ਹੀ ਮੱਧ ਵਰਗੀ ਲੋਕ ਹੁੰਦੇ ਹਨ। When you come to Jesus Christ, ਜਦੋਂ ਤੁਸੀਂ ਯਿਸੂ ਦੇ ਕੋਲ ਆਉਂਦੇ there ਹੋ, will be nothing mediocre in your life. ਇੱਥੇ ਤੁਹਾਡੇ ਜੀਵਨ ਦੇ ਵਿੱਚ ਕੁਝ ਵੀ ਦਰਮਿਆਨਾ ਨਹੀਂ ਰਹੇਗਾ। You won't keep repeating the same thing, same mistake again and again and going round like a cow in a circle. ਤੁਸੀਂ ਇੱਕੋ ਗਲਤੀ ਨੂੰ ਵਾਰ-ਵਾਰ ਦੁਹਰਾਉਂਦੇ ਨਹੀਂ ਰਹੋਗੇ, ਤੁਸੀਂ ਇੱਕ ਗਾਂ ਦੇ ਵਾਂਗ ਗੋਲ ਚੱਕਰ ਨਹੀਂ ਲਗਾਉਂਦੇ ਰਹੋਗੇ। No, ਨਹੀਂ, you will be a new man. ਤੁਸੀਂ ਇੱਕ ਨਵੇਂ ਵਿਅਕਤੀ ਬਣ You ਜਾਓਗੇ will have new ambition. ਔਰ ਤੁਹਾਡੇ ਕੋਲ ਨਵੀਆਂ ਅਭਿਲਾਸ਼ਾਵਾਂ And there ਹੋਣਗੀਆਂ will be a new trajectory in your life. ਅਤੇ ਇੱਥੇ ਤੁਹਾਡੇ ਜੀਵਨ ਦੇ ਵਿੱਚ ਇੱਕ ਨਵੀਂ ਦਿਸ਼ਾ ਤੁਹਾਡੇ ਕੋਲ ਹੋਵੇਗੀ। My dear friend, ਮੇਰੇ ਪਿਆਰੇ ਮਿੱਤਰੋ, sometimes when I'm on a very heavy plane, very big heavy plane, ਜਦੋਂ ਕਈ ਵਾਰੀ ਮੈਂ ਕਿਸੇ ਵੱਡੇ ਜਹਾਜ਼ ਤੇ ਯਾਤਰਾ ਕਰ ਰਿਹਾ ਹੁੰਦਾ ਹਾਂ, the gradient at which it rises is so slight. It seems to climb so slowly. ਔਰ ਜਿਸ ਢੰਗ ਨਾਲ ਇਹ ਉੱਪਰ ਉੱਡਦਾ ਹੈ ਇਹ ਬਹੁਤ ਧੀਮਾ ਲੱਗਦਾ ਹੈ। And I have been on planes that lost height and could not gain height. ਅਤੇ ਮੈਂ ਅਜਿਹੇ ਜਹਾਜ਼ਾਂ ਤੇ ਵੀ ਰਿਹਾ ਹਾਂ ਜਿਹੜੇ ਕਿ ਉਚਾਈ ਨੂੰ ਫੜ ਨਹੀਂ ਸਕੇ ਸਨ, ਉਹ ਉਤਾਰ ਨਹੀਂ ਚੜ ਪਾਏ ਸਨ। Being doubtful whether they would get to the airport. ਔਰ ਮੈਨੂੰ ਇਹ ਸ਼ੱਕ ਸੀ ਕਿ ਉਹ 에ਅਰਪੋਰਟ ਤੇ ਵੀ ਪਹੁੰਚੇਗਾ ਕਿ ਨਹੀਂ।
But ਪਰ a Christian is not like that. ਇੱਕ ਮਸੀਹੀ ਇਸ ਤਰ੍ਹਾਂ ਦਾ ਨਹੀਂ One ਹੁੰਦਾ who ਹੈ। carries the cross is not like that. ਉਹ ਜਿਹੜਾ ਸਲੀਬ ਨੂੰ ਚੁੱਕਦਾ ਹੈ ਇਸ ਤਰ੍ਹਾਂ ਨਹੀਂ ਹੁੰਦਾ The ਹੈ। cross gives you a different trajectory. ਔਰ ਸਲੀਬ ਤੁਹਾਨੂੰ ਇੱਕ ਨਵੀਂ ਉਡਾਨ ਦਿੰਦੀ ਹੈ, Whereas you're on a downward dive. ਜਿੱਥੇ ਕਿ ਤੁਸੀਂ ਹੇਠਾਂ ਨੂੰ ਡਿੱਗ ਰਹੇ ਹੁੰਦੇ ਹੋ। But ਪਰ the cross lifts you. ਸਲੀਬ ਤੁਹਾਨੂੰ ਉੱਚਾ ਚੁੱਕਦੀ ਹੈ। But people say, ਪਰ ਲੋਕ ਆਖਦੇ ਹਨ, oh my, I can't bear this, I can't bear that. ਮੈਂ ਤਾਂ ਇਹ ਨਹੀਂ ਸਹਿਨ ਕਰ ਸਕਦਾ ਹਾਂ, ਮੈਂ ਫਲਾਣਾ ਨਹੀਂ ਸਹਿਨ ਕਰ ਸਕਦਾ Let ਹਾਂ। me tell you this. ਮੈਂ ਤੁਹਾਨੂੰ ਇਹ ਦੱਸਦਾ ਹਾਂ, I have never found the cross too heavy to bear. ਮੈਂ ਕਦੇ ਵੀ ਸਲੀਬ ਨੂੰ ਇੰਨਾ ਭਾਰੀ ਨਹੀਂ ਵੇਖਿਆ ਹੈ ਕਿ ਮੈਂ ਇਸ ਨੂੰ ਚੁੱਕ ਨਾ ਪਾਵਾਂ। I don't understand why some of you young people are not advancing in the things of God. ਮੈਂ ਨਹੀਂ ਜਾਣਦਾ ਹਾਂ ਕਿ ਤੁਹਾਡੇ ਵਿੱਚੋਂ ਜਵਾਨ ਕਿਉਂ ਪਰਮੇਸ਼ਵਰ ਦੀਆਂ ਗੱਲਾਂ ਦੇ ਵਿੱਚ ਉન્નਤੀ ਨਹੀਂ ਕਰ ਰਹੇ ਹਨ। I can't understand anybody who is full of self-esteem. ਮੈਂ ਨਹੀਂ ਸਮਝਦਾ ਹਾਂ ਕਿ ਉਸ ਵਿਅਕਤੀ ਨੂੰ ਜਿਹੜਾ ਕਿ ਪੂਰੀ ਤਰ੍ਹਾਂ ਆਤਮ ਹੰਕਾਰ ਦੇ ਨਾਲ ਭਰਿਆ ਹੈ, Because ਕਿਉਂਕਿ when I go to the cross, ਜਦੋਂ ਮੈਂ ਸਲੀਬ ਦੇ ਕੋਲ ਆਉਂਦਾ ਹਾਂ always I get humbler. ਤਾਂ ਹਮੇਸ਼ਾ ਮੈਂ ਹੋਰ ਜ਼ਿਆਦਾ ਹਲੀਮ ਹੋ ਜਾਂਦਾ ਹਾਂ, I say, what is this, Lord? I am not like you. ਔਰ ਮੈਂ ਆਖਦਾ ਹਾਂ, ਪ੍ਰਭੂ ਇਹ ਕੀ ਹੈ, ਮੈਂ ਤਾਂ ਤੇਰੇ ਵਰਗਾ ਨਹੀਂ ਹਾਂ। And that puts me on a different trajectory. ਅਤੇ ਉਹ ਮੈਨੂੰ ਇੱਕ ਨਵੀਂ ਉਡਾਨ ਦੇ ਵਿੱਚ ਲੈ ਆਉਂਦਾ ਹੈ। But ਪਰ these people ਇਹ ਲੋਕ seem to be so lukewarm and so satisfied. ਉਹ ਇੰਨੇ ਸੀਲ ਗਰਮ ਅਤੇ ਸੰਤੁਸ਼ਟ ਪ੍ਰਤੀਤ ਹੁੰਦੇ ਹਨ, Except you deny yourself ਜੇਕਰ ਤੁਸੀਂ ਆਪਣੇ ਆਪ ਦਾ ਇਨਕਾਰ ਕਰੋ and take up the cross ਅਤੇ ਆਪਣੀ ਸਲੀਬ ਨੂੰ ਚੁੱਕੋ and follow me. ਅਤੇ ਮੇਰੇ ਪਿੱਛੇ ਹੋ ਲਵੋ। You know, friends, ਵੇਖੋ ਮਿੱਤਰੋ, following any great person ਕਿਸੇ ਵੀ ਮਹਾਨ ਵਿਅਕਤੀ ਦੇ ਪਿੱਛੇ ਚੱਲਣਾ is not easy. ਇਹ ਸੌਖਾ ਨਹੀਂ ਹੁੰਦਾ ਹੈ। To this day, ਅੱਜ ਤੱਕ I feel I have not come up in certain matters to my father's standard. ਮੈਂ ਇਹ ਮਹਿਸੂਸ ਕਰਦਾ ਹਾਂ ਕਿ ਮੈਂ ਕੁਝ ਹੱਦ ਤੱਕ ਮੇਰੇ ਪਿਤਾ ਦੇ ਉਸ ਮਾਪਦੰਡ ਤੱਕ ਨਹੀਂ ਪਹੁੰਚਿਆ ਹਾਂ, ਉਹਨਾਂ ਦੇ ਦਰਜੇ ਤੱਕ ਨਹੀਂ ਆਇਆ ਹਾਂ। He was one who walked in the heavenlies. His standards were very high. ਉਹ ਅਜਿਹੇ ਵਿਅਕਤੀ ਸਨ ਜੋ ਸਵਰਗੀ ਖੇਤਰ ਦੇ ਵਿੱਚ ਚਲੇ ਸਨ, ਉਹਨਾਂ ਦਾ ਮਾਪਦੰਡ ਬਹੁਤ ਜ਼ਿਆਦਾ ਉੱਚਾ ਸੀ। You know Sundar Singh, who used to leave the body and go to heaven, ਵੇਖੋ, ਸੁੰਦਰ ਸਿੰਘ ਜਿਹੜੇ ਸਰੀਰ ਨੂੰ ਛੱਡ ਕੇ ਸਵਰਗ ਪਹੁੰਚਦੇ ਹੁੰਦੇ ਸਨ, like St. Paul. ਜਿਵੇਂ ਕਿ ਸੰਤ ਪੌਲਸ ਦੇ ਵਾਂਗੀ, Those were the things that my father sought after. ਉਹ ਗੱਲਾਂ ਸਨ ਜਿਹੜੀਆਂ ਮੇਰੇ ਪਿਤਾ ਨੇ ਦਸੀਆਂ ਸਨ, ਵੇਖੀਆਂ ਸਨ। That is not in way of imitation, ਕਿ ਉਹ ਇੱਕ ਨਕਲ ਕਰਨ ਦੀ ਰੀਸ ਦੇ ਅਨੁਸਾਰ ਨਹੀਂ, but ਪਰ just being with Jesus. ਪਰ ਸਿਰਫ ਪ੍ਰਭੂ ਯਿਸੂ ਦੇ ਨਾਲ ਹੋਣਾ। No, so that was my father. ਇਹ ਮੇਰੇ ਪਿਤਾ ਜੀ ਹੁੰਦੇ ਸਨ। Now, ਹੁਣ when you want to take the place of a person like my father, ਜਦੋਂ ਤੁਸੀਂ ਮੇਰੇ ਪਿਤਾ ਵਰਗੇ ਕਿਸੇ ਵਿਅਕਤੀ ਦੇ ਸਥਾਨ ਨੂੰ ਲੈਣ ਦੀ ਕੋਸ਼ਿਸ਼ ਕਰਦੇ ਹੋ, if one wants to take like I had to take, ਜੇਕਰ ਕੋਈ ਉਸ ਤਰ੍ਹਾਂ ਸਥਾਨ ਨੂੰ ਲੈਣਾ ਚਾਹੇ ਜਿਸ ਤਰ੍ਹਾਂ ਮੈਂ ਲਿਆ ਹੈ, I had to take my father's place. ਤਾਂ ਮੈਨੂੰ ਆਪਣੇ ਪਿਤਾ ਜੀ ਦਾ ਸਥਾਨ ਲੈਣਾ ਪਿਆ ਸੀ। How can I do it? ਕਿਵੇਂ ਮੈਂ ਇਸ ਨੂੰ ਕਰ ਸਕਦਾ ਹਾਂ? If I looked at a man, ਜੇਕਰ ਮੈਂ ਇੱਕ ਵਿਅਕਤੀ ਨੂੰ ਵੇਖਾਂ oh, I couldn't have done it. ਤਾਂ ਮੈਂ ਇਹ ਅਜਿਹਾ ਨਹੀਂ ਕੀਤਾ ਹੋਣਾ ਸੀ। But ਪਰ when you bear the cross, ਜਦੋਂ ਤੁਸੀਂ ਸਲੀਬ ਨੂੰ ਚੁੱਕਦੇ ਹੋ, the cross lifts you. ਤਾਂ ਸਲੀਬ ਤੁਹਾਨੂੰ ਉੱਚਾ ਚੁੱਕਦੀ ਹੈ। My father received many promises from God. ਮੇਰੇ ਪਿਤਾ ਜੀ ਨੇ ਪਰਮੇਸ਼ਵਰ ਤੋਂ ਬਹੁਤ ਸਾਰੇ ਵਾਅਦੇ ਪ੍ਰਾਪਤ ਕੀਤੇ, And we have taught the people in the fellowship ਅਤੇ ਅਸੀਂ ਸੰਗਤੀ ਦੇ ਵਿੱਚ ਲੋਕਾਂ ਨੂੰ ਸਿਖਾਇਆ ਹੈ
Go to God, He will give you His great promises. ਪਰਮੇਸ਼ਵਰ ਦੇ ਕੋਲ ਜਾਓ ਅਤੇ ਉਹ ਤੁਹਾਨੂੰ ਆਪਣੇ ਵੱਡੇ ਵਾਅਦੇ ਦੇਵੇਗਾ। He will fulfill His great promises ਉਹ ਆਪਣੇ ਵੱਡੇ ਵਾਅਦਿਆਂ ਨੂੰ ਪੂਰਾ ਕਰੇਗਾ in your life. ਤੁਹਾਡੇ ਜੀਵਨ ਦੇ ਵਿੱਚ। This book is full of great promises. ਇਹ ਕਿਤਾਬ ਮਹਾਨ ਵਾਅਦਿਆਂ ਦੇ ਨਾਲ ਭਰੀ ਹੋਈ ਹੈ। Go to Him. ਉਸ ਦੇ ਕੋਲ ਜਾਓ। He will give you His promises. ਉਹ ਆਪਣਾ ਵਾਅਦਾ ਤੁਹਾਨੂੰ ਦੇਵੇਗਾ। That's what we have taught people. ਇਹੋ ਹੀ ਅਸੀਂ ਲੋਕਾਂ ਨੂੰ ਸਿਖਾਇਆ That's ਹੈ। what my father taught me. ਇਹੋ ਹੀ ਮੇਰੇ ਪਿਤਾ ਜੀ ਨੇ ਮੈਨੂੰ So I ਸਿਖਾਇਆ। went to God, ਇਸ ਲਈ ਮੈਂ ਪਰਮੇਸ਼ਵਰ ਕੋਲ ਗਿਆ got His promises. ਅਤੇ ਉਸ ਦੇ ਵਾਅਦਿਆਂ ਨੂੰ ਪ੍ਰਾਪਤ ਕੀਤਾ। And so instead of getting satisfied with small things, ਅਤੇ ਇਸ ਲਈ ਛੋਟੀਆਂ ਗੱਲਾਂ ਦੇ ਨਾਲ ਸੰਤੁਸ਼ਟ ਹੋਣ ਦੀ ਬਜਾਏ not trying to imitate somebody from some other place, ਔਰ ਕਿਸੇ ਹੋਰ ਜਗ੍ਹਾ ਤੋਂ ਕਿਸੇ ਹੋਰ ਵਿਅਕਤੀ ਦੀ ਨਕਲ ਕਰਨ ਦੀ ਕੋਸ਼ਿਸ਼ ਕਰਤੇ ਹੋਏ ਨਹੀਂ, I began to focus on Jesus. ਮੈਂ ਯਿਸੂ ਤੇ ਧਿਆਨ ਲਗਾਉਣਾ ਸ਼ੁਰੂ ਹੋ ਗਿਆ। That's all. ਬਸ ਇੰਨਾ ਹੀ। One person, ਇੱਕ ਵਿਅਕਤੀ ਉੱਤੇ, one Savior, ਇੱਕ ਮੁਕਤੀਦਾਤੇ ਉੱਤੇ one fearless Master, ਔਰ ਇੱਕ ਨਿਡਰ ਸਵਾਮੀ ਦੇ ਉੱਪਰ, one incomparable Lord. ਔਰ ਇੱਕ ਅਜਿਹੇ ਪ੍ਰਭੂ ਦੇ ਉੱਤੇ ਜਿਸ ਦੀ ਤੁਲਨਾ ਨਹੀਂ ਹੋ ਸਕਦੀ ਹੈ। When I began to look at Jesus, ਜਦੋਂ ਮੈਂ ਯਿਸੂ ਵੱਲ ਵੇਖਣਾ ਸ਼ੁਰੂ ਹੋਇਆ I found that my heart was constantly getting enlarged. ਮੈਂ ਇਹ ਵੇਖਿਆ ਕਿ ਮੇਰਾ ਦਿਲ ਨਿਰੰਤਰ ਵੱਡਾ ਹੁੰਦਾ ਜਾ ਰਿਹਾ ਸੀ। So, ਇਸ ਲਈ I'm not a man who says, okay, I've done enough, let me take rest as the doctors advise me to. ਮੈਂ ਇੱਕ ਅਜਿਹਾ ਵਿਅਕਤੀ ਨਹੀਂ ਹਾਂ ਜਿਵੇਂ ਕਿ ਜੋ ਆਖੇ ਕਿ ਜਿਵੇਂ ਡਾਕਟਰ ਨੇ ਕਿਹਾ ਹੈ ਠੀਕ ਹੈ ਮੈਨੂੰ ਆਰਾਮ ਕਰਨ ਦਿਓ। I cannot be that ਮੈਂ ਉਹ ਨਹੀਂ ਹੋ ਸਕਦਾ ਹਾਂ because I have not arrived. ਕਿਉਂਕਿ ਮੈਂ ਉੱਥੇ ਅਜੇ ਪਹੁੰਚਿਆ ਨਹੀਂ ਹਾਂ। But ਪਰ I expect the Lord to give me new strength. ਮੈਂ ਉਮੀਦ ਕੀਤੀ ਕਿ ਪ੍ਰਭੂ ਮੈਨੂੰ ਨਵੀਂ ਤਾਕਤ ਦੇਵੇ। I am losing my life in one way, ਮੈਂ ਇੱਕ ਢੰਗ ਵਿੱਚ ਆਪਣਾ ਜੀਵਨ ਖਤਮ ਕਰ ਰਿਹਾ ਹਾਂ but ਪਰ I am gaining it. ਪਰ ਮੈਂ ਇਸ ਨੂੰ ਪ੍ਰਾਪਤ ਕਰ ਰਿਹਾ ਹਾਂ। If one young man in this crowd, ਜੇਕਰ ਇਸ ਭੀੜ ਦੇ ਵਿੱਚ ਇੱਕ ਜਵਾਨ ਵਿਅਕਤੀ, one young woman ਇੱਕ ਜਵਾਨ ਇਸਤਰੀ begins to live like Jesus, ਯਿਸੂ ਵਾਂਗ ਰਹਿਣਾ ਸ਼ੁਰੂ ਕਰ ਦਿੰਦੀ ਹੈ, one family, ਇੱਕ ਪਰਿਵਾਰ, what a reward, what a reward. ਤਾਂ ਫਿਰ ਕਿੱਡਾ ਵੱਡਾ ਇਨਾਮ ਹੋਵੇਗਾ, ਕਿੱਡਾ ਵੱਡਾ ਇਨਾਮ। My dear friends, ਮੇਰੇ ਪਿਆਰੇ ਮਿੱਤਰੋ, what is the use if I live to be 90 years, 80 years? ਕੀ ਫਾਇਦਾ ਹੋਵੇਗਾ ਜੇਕਰ ਮੈਂ 80 ਸਾਲ ਜਾਂ 90 ਸਾਲ ਤੱਕ ਰਹਾ Only do mediocre work, ਅਤੇ ਸਿਰਫ ਦਰਮਿਆਨਾ ਜਿਹਾ ਕੰਮ ਕਰਦਾ ਰਹਾ just satisfy the program ਅਤੇ ਸਿਰਫ ਪ੍ਰੋਗਰਾਮ ਦੇ ਨਾਲ ਹੀ ਸੰਤੁਸ਼ਟ ਹੁੰਦਾ ਰਹਾ and not seek your highest. ਅਤੇ ਤੇਰੇ ਲਈ ਸਭ ਤੋਂ ਵੱਧ ਨੂੰ ਨਾ ਚਾਹਾਂ Not seek your highest. ਅਤੇ ਤੇਰੇ ਲਈ ਸਭ ਤੋਂ ਉੱਚੇ ਨੂੰ ਨਾ ਚਾਹਾਂ। Won't I be a deceiver? ਤਾਂ ਫਿਰ ਕੀ ਮੈਂ ਧੋਖੇਬਾਜ਼ ਨਹੀਂ ਹੋਵਾਂਗਾ? Won't I be just an actor in a theatrical? ਔਰ ਕੀ ਮੈਂ ਇੱਕ ਥੀਏਟਰ ਦੇ ਵਿੱਚ ਸਿਰਫ ਇੱਕ ਐਕਟਰ ਨਹੀਂ ਹੋਵਾਂਗਾ? No, I will never be that. ਮੈਂ ਕਦੇ ਵੀ ਅਜਿਹਾ ਨਹੀਂ May ਹੋਵਾਂਗਾ। the Lord help you. ਪ੍ਰਭੂ ਤੁਹਾਡੀ ਮਦਦ ਕਰੇ। Let us pray. ਆਓ ਅਸੀਂ ਪ੍ਰਾਰਥਨਾ ਕਰੀਏ। Let us tell God, ਆਓ ਅਸੀਂ ਪਰਮੇਸ਼ਵਰ ਨੂੰ oh ਕਹੀਏ, God, ਹੇ ਪਰਮੇਸ਼ਵਰ, let me not be a hypocrite. ਮੈਂ ਇੱਕ ਪਖੰਡੀ ਨਾ ਬਣ ਜਾਵਾਂ, Let me not be a club member. ਮੈਂ ਇੱਕ ਕਲੱਬ ਦਾ ਮੈਂਬਰ ਨਾ ਬਣਾ। Lord, give me a new heart. ਪ੍ਰਭੂ ਮੈਨੂੰ ਇੱਕ ਨਵਾਂ ਦਿਲ ਦੇ ਦਿਓ। Let me not have a Christianity without the cross. ਪ੍ਰਭੂ ਮੇਰੇ ਕੋਲ ਮਸੀਹਤ ਸਲੀਬ ਤੋਂ ਬਿਨਾਂ ਨਾ ਹੋਵੇ। The way to the throne is the cross. ਸਿੰਘਾਸਨ ਦੇ ਵੱਲ ਨੂੰ ਰਾਹ ਸਿਰਫ ਸਲੀਬ ਦੇ ਰਾਹੀਂ ਹੈ। Lord, I am not going the way of the cross. ਪ੍ਰਭੂ ਮੈਂ ਸਲੀਬ ਦੇ ਢੰਗ ਅਨੁਸਾਰ ਨਹੀਂ ਜਾ ਰਿਹਾ ਹਾਂ, I am going the way of the ਮੈਂ world, ਸੰਸਾਰ ਦੇ ਢੰਗ ਅਨੁਸਾਰ ਜਾ ਰਿਹਾ the ਹਾਂ, way of destruction, ਇਸ ਵਿਨਾਸ਼ ਦੇ ਢੰਗ the ਤੋਂ, way by which my life will be lost. ਔਰ ਪ੍ਰਭੂ ਉਸ ਢੰਗ ਨਾਲ ਜਿਸ ਵਿੱਚ ਮੇਰਾ ਜੀਵਨ ਖਰਾਬ ਹੋ Oh, dear ਜਾਏਗਾ। Lord, ਹੇ ਪਿਆਰੇ ਪ੍ਰਭੂ, bless these dear people. ਇਹਨਾਂ ਪਿਆਰੇ ਲੋਕਾਂ ਨੂੰ ਬਰਕਤ ਦੇ। Tell God, ਪਰਮੇਸ਼ਵਰ ਨੂੰ ਕਹੋ, Lord, I will be your disciple. ਪ੍ਰਭੂ ਮੈਂ ਤੁਹਾਡਾ ਚੇਲਾ ਬਣਾਂਗਾ। The only way to live is to be your disciple.
ਔਰ ਤੁਹਾਡਾ ਚੇਲਾ ਹੋਣ ਦਾ ਇੱਕੋ ਇੱਕ ਢੰਗ ਇਹ ਹੈ The only way to live is to bear the cross. ਔਰ ਉਹ ਇਹ ਹੈ ਕਿ ਮੈਂ ਆਪਣੀ ਸਲੀਬ ਨੂੰ ਚੁੱਕ ਲਵਾਂ। Oh Lord, ਹੇ ਪ੍ਰਭੂ, hear our prayer ਸਾਡੀ ਪ੍ਰਾਰਥਨਾ ਨੂੰ ਸੁਣ ਲੈ and bless these dear people ਅਤੇ ਇਹਨਾਂ ਪਿਆਰੇ ਲੋਕਾਂ ਨੂੰ ਬਰਕਤ ਦੇ and their family. ਅਤੇ ਉਹਨਾਂ ਦੇ ਪਰਿਵਾਰਾਂ ਨੂੰ। We ask in Jesus' name. ਅਸੀਂ ਯਿਸੂ ਦੇ ਨਾਮ ਵਿੱਚ ਮੰਗਦੇ ਹਾਂ। Amen. ਆਮੀਨ।